ਹੈਲਥ ਕੇਅਰ ਸੈਕਟਰ ਜੋ ਹੈ ਕੈਨੇਡਾ ਲਈ ਕਾਫੀ ਇੰਪੋਰਟੈਂਟ ਹੈ ਅਤੇ ਇਹਨਾਂ ਨੇ ਹੈਲਥ ਕੇਅਰ ਸੈਕਟਰ ਤੇ ਹੀ ਬਹੁਤ ਜ਼ਿਆਦਾ ਕੰਮ ਕੀਤਾ ਹੈ। ਕੁੱਲ 35 ਕੈਟਾਗਰੀ ਨੇ ਜਿਹਦੇ ਵਿੱਚ ਅਪਲਾਈ ਕਰ ਸਕਦੇ ਨੇ। ਐਕਸਪੈਕਟਡ ਉਹਦੇ ਅੰਦਰ ਜਿਹੜੀ ਹੈਲਥ ਆਕੂਪੇਸ਼ਨਸ 35 ਆਕੂਪੇਸ਼ਨਾਂ ਲਿਖੀਆਂ ਸੀਗੀਆਂ, ਜਿਵੇਂ ਅਸੀਂ ਕਹਿ ਸਕਦੇ ਹਾਂ ਹੈਲਥ ਫਿਜ਼ੀਸ਼ੀਅਨਸ ਵੀ ਹੈਗੇ ਨੇ, ਜਿਹੜੇ ਨਰਸ ਏਡਸ ਵੀ ਹੈਗੀਆਂ ਨੇ, ਜਿਹੜੇ ਹੈਲਥ ਆਕੂਪੇਸ਼ਨਸ ਵਾਲੇ ਬਹੁਤ ਸਾਰੇ ਅਸਿਸਟੈਂਟਸ ਵੀ ਹੈਗੇ ਨੇ, ਉਹਨਾਂ ਸਭ ਨੂੰ ਇਹਦੇ ਅੰਦਰ ਆਪਾਂ ਲੈਂਦੇ ਨੇ ਔਰ ਉਹ ਵਾਲੀ ਜਿਹੜੀ ਵੀ ਪ੍ਰੋਫਾਈਲਸ ਲੋਕਾਂ ਦੀ ਬਣੀਆਂ ਹੋਈਆਂ ਨੇ ਉਹ ਇਹਦੇ ਵਿੱਚ ਪਿਕ ਕੀਤੀਆਂ ਉਹਨਾਂ ਨੇ। 470 ਪਲੱਸ ਸਕੋਰ ਵਾਲੇ ਜਿਹੜੇ ਲੋਕ ਹੈਗੇ ਨੇ ਉਹ ਕਰੀਬ 35,000 ਹੈਗੇ ਨੇ ਇਸ ਵੇਲੇ, ਤੇ ਯਾਨੀ 470 to 80 ਦੇ ਵਿੱਚ ਹੀ 22,000 ਲੋਕ ਨੇ। ਤੇ ਦੈਟਸ ਵਾਈ ਆਈ ਵਾਸ ਸੇਇੰਗ ਕਿ ਜਿਹੜਾ ਜੋ ਡਰਾ ਆਪਣਾ ਆਂਦਾ ਪਿਆ ਉਹ 470 ਦੇ ਉੱਪਰ ਹੀ ਰਹਿਣਾ ਥੋੜਾ ਜਿਹਾ ਹੁਣੇ। ਬਟ ਯੈਸ देयर आर ਨੰਬਰ ਆਫ ਜੌਬਸ ਅਵੇਲੇਬਲ ਇਨ ਹੈਲਥ ਸੈਕਟਰ, ਤੇ ਅਗਰ ਜਿੰਨੀ ਪ੍ਰੋਫਾਈਲਸ ਵਧਣਗੀਆਂ, ਇਹਦਾ ਕੋਈ ਡਾਟਾ ਨਹੀਂ ਹੈਗਾ ਕਿੰਨੇ ਪਰਸੈਂਟ, ਬਟ ਉਹ ਬਹੁਤ ਵਧੀਆ ਰਹੂਗਾ ਜਿੰਨੀ ਡਾਟਾ ਅਸੀਂ ਪਾਵਾਂਗੇ ਅੰਦਰ। ਜਰਨਲ ਅਗਰ ਕਹੀਏ ਐਕਸਪੈਂਟਰੀ ਵਾਸਤੇ ਤੇ ਮਿਨੀਮਮ ਅਗਰ ਟੀਅਰ 0 1 2 3 ਦੀ ਜੌਬ ਵਾਸਤੇ ਅਸੀਂ ਜਾ ਰਹੇ ਹਾਂ, ਸਾਨੂੰ 1 ਸਾਲ ਦਾ ਐਕਸਪੀਰੀਅੰਸ ਮਿਨੀਮਮ ਚਾਹੀਦਾ। ਤੇ ਅਗਰ ਤੁਹਾਡੀ ਜੌਬ ਜਿਹੜੀ ਹੈਗੀ ਟੀਅਰ 0 1 2 3 ਦੀ ਹੈਗੀ, ਤੁਹਾਨੂੰ CLB 6 IELTS ਚਾਹੀਦੇ ਨੇ। ਸੋ ਕੈਨੇਡਾ ਆਉਣ ਦੇ ਜਿਹੜੇ ਚਾਹਵਾਨ ਨੇ ਉਹਨਾਂ ਲਈ ਹੁਣ ਰਾਹ ਕਿਤੇ ਨਾ ਕਿਤੇ ਕੁਝ ਸੁਖਾਲਾ ਹੋ ਗਿਆ ਹੈ। ਬਿਲਕੁਲ ਸੁਖਾਲਾ ਹੋ ਗਿਆ। ਐਂਡ ਦੈਨ ਯੈਸ, ਕੈਨੇਡਾ ਇਜ਼ देयर ਟੂ ਵੈਲਕਮ ਯੂ। ਮਸਲੇ ਇਮੀਗ੍ਰੇਸ਼ਨ ਦੇ ਪ੍ਰਮੀਤ ਕਮਰਾ ਦੇ ਨਾਲ। ਕੈਨੇਡਾ ਸਰਕਾਰ ਦਾ ਇਮੀਗ੍ਰੇਸ਼ਨ ਪਲਾਨ ਕਾਫੀ ਐਂਬੀਸ਼ੀਅਸ ਹੈ। ਉਹਨਾਂ ਦਾ ਕਹਿਣਾ ਹੈ ਕਿ 3 ਸਾਲਾਂ ਦੌਰਾਨ ਤਕਰੀਬਨ 1.5 ਮਿਲੀਅਨ ਇਮੀਗ੍ਰੈਂਟਸ ਨੂੰ ਬੁਲਾਇਆ ਜਾਵੇਗਾ ਤਾਂ ਕਿ ਇੱਕ ਪਾਸੇ ਕੈਨੇਡਾ ਦੀ ਇਕਨੋਮੀ ਨੂੰ ਬੂਸਟ ਮਿਲ ਸਕੇ ਅਤੇ ਪੋਪੂਲੇਸ਼ਨ ਵਿੱਚ ਵੀ ਵਾਧਾ ਹੋ ਸਕੇ। ਅਤੇ ਇਸ ਬਾਬਤ ਉਹਨਾਂ ਵੱਲੋਂ ਨਵੀਆਂ ਕੈਟਾਗਰੀ ਵੀ ਲਾਂਚ ਕੀਤੀਆਂ ਜਾ ਰਹੀਆਂ ਨੇ। ਬੀਤੇ ਦਿਨਾਂ ਦੇ ਅੰਦਰ ਉਹਨਾਂ ਨੇ ਇੱਕ ਕੈਟਾਗਰੀ ਬੇਸਡ ਲਾਂਚ ਕੀਤਾ ਸੀ ਪ੍ਰੋਗਰਾਮ, ਐਕਸਪ੍ਰੈਸ ਐਂਟਰੀ ਪ੍ਰੋਗਰਾਮ, ਜਿਸ ਵਿੱਚ ਕੁਝ ਸਿਲੈਕਟਿਵ ਕੈਟਾਗਰੀਜ਼ ਨੂੰ ਇਨਵਾਈਟ ਕੀਤਾ ਜਾਣਾ ਸੀਗਾ ਫॉर ਐਕਸਪ੍ਰੈਸ ਐਂਟਰੀ ਪ੍ਰੋਗਰਾਮ, ਤਾਂ ਕਿ ਉਹ ਕੈਨੇਡਾ ਵਿੱਚ ਆ ਕੇ ਆਪਣੀ ਜ਼ਿੰਦਗੀ ਬਸਾ ਸਕਣ। ਅਤੇ ਹੁਣ ਇਸ ਪ੍ਰੋਗਰਾਮ ਤਹਿਤ ਪਹਿਲੀ ਅਨਾਉਂਸਮੈਂਟ ਕੀਤੀ ਗਈ ਹੈ ਹੈਲਥ ਕੇਅਰ ਸੈਕਟਰ ਨੂੰ ਲੈ ਕੇ। ਹੈਲਥ ਕੇਅਰ ਸੈਕਟਰ ਤੁਹਾਡੇ ਲਈ ਕਿਵੇਂ ਬੈਨੀਫੀਸ਼ੀਅਲ ਹੋ ਸਕਦਾ ਹੈ, ਕਿ ਤੁਹਾਡੇ ਕੈਰੀਅਰ ਐਸਪੀਰੇਸ਼ਨਸ ਨਾਲ ਇਹ ਕੈਟਾਗਰੀ ਮੈਚ ਕਰਦੀ ਹੈ ਕਿ ਨਹੀਂ ਕਰਦੀਆਂ, ਅੱਜ ਇਸੇ ਸੰਬੰਧ ਨੂੰ ਅਸੀਂ ਐਕਸਪਲੋਰ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਮਸਲੇ ਇਮੀਗ੍ਰੇਸ਼ਨ ਦੇ ਵਿੱਚ ਪਰਮੀਤ ਕਾਮਰਾ ਅਤੇ ਇੱਕ ਵਾਰ ਅੱਜ ਫਿਰ ਸਾਡੇ ਨਾਲ ਨੇ ਕਨੈਕਟ ਟੂ ਫਲਾਈ ਤੋਂ ਨਿਤਿਨ ਚੱਡਾ, ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ, ਜੋ ਕਿ ਸਾਨੂੰ ਦੱਸਣਗੇ ਕਿ ਇਹ ਅਨਾਉਂਸਮੈਂਟ ਅਸਲ ਵਿੱਚ ਹੈ ਕੀ। ਨਿਤਿਨ ਜੀ, ਵੈਲਕਮ। ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਜੀ, ਜਿਹੜੇ ਸਾਡੇ ਫੈਡਰਲ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨੇ, ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਹੈ ਤੇ ਬੜੀ ਉਹਨਾਂ ਨੇ ਵੱਧ ਚੜ ਕੇ ਬੜੀ ਪਬਲਿਸਿਟੀ ਨਾਲ ਅਨਾਉਂਸਮੈਂਟ ਕੀਤੀ ਹੈ। ਇਹ ਅਨਾਉਂਸਮੈਂਟ ਅਸਲ ਵਿੱਚ ਹੈ ਕੀ, ਪਹਿਲਾਂ ਤਾਂ ਇਹ ਦੱਸੋ। ਬਿਲਕੁਲ, ਸਾਡੇ ਮਿਨਿਸਟਰ ਜਿਹੜੇ ਨੇ ਅੱਜਕੱਲ੍ਹ ਬਹੁਤ ਐਕਟਿਵ ਨੇ, ਬਹੁਤ ਬਿਜ਼ੀ ਵੀ ਨੇ। ਤਾਂ ਉਹਨਾਂ ਨੇ ਐਕਚੁਅਲੀ 31 ਮਈ ਨੂੰ ਇੱਕ ਅਨਾਉਂਸ ਕੀਤਾ ਸੀਗਾ ਕਿ ਐਕਸਪ੍ਰੈਸ ਐਂਟਰੀ ਦੇ ਅੰਦਰ ਨਾਓ ਦੇयर ਵਿਲ ਬੀ ਕੈਟਾਗਰੀ ਬੇਸਡ ਡਰਾਸ, ਜਿਹਦੇ ਅੰਦਰ ਉਹਨਾਂ ਨੇ 5-6 ਕੈਟਾਗਰੀਜ਼ ਦਿੱਤੀਆਂ ਸੀਗੀਆਂ। ਸਭ ਤੋਂ ਮੇਨ ਸੀਗੀ ਹੈਲਥ ਆਕੂਪੇਸ਼ਨ ਵਾਲੀ ਜਿਹੜੀ ਕੈਟਾਗਰੀ ਸੀਗੀ, ਉਹਦੇ ਬਾਅਦ ਸੀਗੀ STEM ਵਿਚ ਇਜ਼ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਸ, ਐਂਡ ਇਹਦੇ ਇਲਾਵਾ ਐਗਰੀਕਲਚਰ ਐਂਡ ਔਰ ਵੀ ਸੀਗੀ। ਤੇ ਉਹਦਾ ਪਹਿਲਾ ਡਰਾ ਇਹਨਾਂ ਨੇ ਕੱਲ, ਜੋ ਸਰਪ੍ਰਾਈਜ਼ਿੰਗਲੀ ਐਵਰੀਬਡੀ ਵਾਸ ਲੁਕਿੰਗ ਐਟ ਕਿ ਵੀ ਜੁਲਾਈ ਐਂਡ ਤੱਕ ਜਾਂ ਅਗਸਤ ਤੱਕ ਸ਼ੁਰੂ ਹੋਗਾ, ਸਰਪ੍ਰਾਈਜ਼ਿੰਗਲੀ ਉਹਨਾਂ ਨੇ ਕੱਲ ਹੀ ਪਹਿਲਾ ਡਰਾ ਅਨਾਉਂਸ ਕਰਤਾ। ਉਹਦੇ ਵਾਸਤੇ ਉਹ ਹੈਲਥ ਮਿਨਿਸਟਰ ਨੂੰ ਵੀ ਲੈ ਕੇ ਗਏ ਅਨਾਉਂਸ ਕਰਨ ਵਾਸਤੇ। ਦੈਟ ਵਾਸ ਅ ਵੈਰੀ ਗੁੱਡ ਜੈਸਟਰ। ਔਰ ਉਹਨਾਂ ਨੇ 500 ਲੋਕਾਂ ਨੂੰ ਇਨਵਾਈਟ ਭੇਜੀ ਹੈ ਕੱਲ। ਐਂਡ ਦ ਕਟ ਆਫ ਜਿਵੇਂ ਐਕਸਪੈਕਟਡ ਸੀਗਾ ਕਿ ਨਾਰਮਲ ਕਟ ਆਫ ਤੋਂ ਥੱਲੇ ਆਇਆ। ਜੋ ਨਾਰਮਲ ਕਟ ਆਫ ਇੱਕ ਦਿਨ ਪਹਿਲੇ ਆਇਆ ਸੀਗਾ ਉਹ 486 ਦਾ ਡਰਾ ਸੀਗਾ। ਉਹ ਜਿਹੜਾ ਹੈਲਥ ਆਕੂਪੇਸ਼ਨ ਸਪੈਸੀਫਿਕ ਡਰਾ ਆਇਆ ਕੱਲ, ਜੋ ਕਿ ਛੋਟਾ ਡਰਾ ਸੀ, 500 ਲੋਕਾਂ ਨੂੰ ਬੁਲਾਇਆ, ਉਹ 476 ਤੇ ਆਇਆ। ਤਾਂ ਐਕਸਪੈਕਟਡ ਉਹਦੇ ਅੰਦਰ ਜਿਹੜੀ ਹੈਲਥ ਆਕੂਪੇਸ਼ਨਸ 35 ਆਕੂਪੇਸ਼ਨਾਂ ਲਿਖੀਆਂ ਸੀਗੀਆਂ, ਜਿਵੇਂ ਅਸੀਂ ਕਹਿ ਸਕਦੇ ਹਾਂ ਹੈਲਥ ਫਿਜ਼ੀਸ਼ੀਅਨਸ ਵੀ ਹੈਗੇ ਨੇ, ਜਿਹੜੇ ਨਰਸ ਏਡਸ ਵੀ ਹੈਗੀਆਂ ਨੇ, ਜਿਹੜੇ ਹੈਲਥ ਆਕੂਪੇਸ਼ਨਸ ਵਾਲੇ ਬਹੁਤ ਸਾਰੇ ਅਸਿਸਟੈਂਟਸ ਵੀ ਹੈਗੇ ਨੇ, ਉਹਨਾਂ ਸਭ ਨੂੰ ਇਹਦੇ ਅੰਦਰ ਆਪਾਂ ਲੈਂਦੇ ਨੇ। ਔਰ ਉਹ ਵਾਲੀ ਜਿਹੜੀ ਵੀ ਪ੍ਰੋਫਾਈਲਸ ਲੋਕਾਂ ਦੀ ਬਣੀਆਂ ਹੋਈਆਂ ਨੇ ਉਹ ਇਹਦੇ 'ਚ ਪਿਕ ਕੀਤੀਆਂ ਉਹਨਾਂ ਨੇ। ਐਂਡ ਦੇ ਹੈਵ ਐਕਚੁਅਲੀ ਗਿਵਨ ਇਟ ਯੂ ਕੈਨ ਸੇ ਕਿ ਉਹਨਾਂ ਨੇ ਜਿਹੜੀਆਂ ਜ਼ਿਆਦਾ ਸੀਗੀਆਂ ਉਹ ਲੈ ਲਈਆਂ। ਬੇਸਿਕ ਉਹਨਾਂ ਨੇ ਟੌਪ 500 ਨੂੰ ਪਿਕ ਕਰ ਲਿਆ। ਜੀ, ਹੈਲਥ ਕੇਅਰ ਸੈਕਟਰ ਜੋ ਹੈ ਕੈਨੇਡਾ ਲਈ ਕਾਫੀ ਇੰਪੋਰਟੈਂਟ ਹੈ ਅਤੇ ਇਹਨਾਂ ਨੇ ਹੈਲਥ ਕੇਅਰ ਸੈਕਟਰ ਤੇ ਹੀ ਬਹੁਤ ਜ਼ਿਆਦਾ ਕੰਮ ਕੀਤਾ ਹੈ। ਕੁੱਲ 35 ਕੈਟਾਗਰੀ ਨੇ ਜਿਹਦੇ ਵਿੱਚ ਅਪਲਾਈ ਕਰ ਸਕਦੇ ਨੇ। ਜੇ ਤੁਸੀਂ ਕੁਝ ਐਗਜ਼ਾਮਪਲਸ ਦੇ ਸਕੋ। ਜੀ, ਐਗਜ਼ਾਮਪਲਸ ਇਹਦੇ ਅੰਦਰ ਦੇਖੋ, ਬਹੁਤ ਅੱਛਾ ਐਗਜ਼ਾਮਪਲ ਹੈਗਾ ਡੈਂਟਿਸਟ ਹੈਗੇ ਨੇ, ਜਿਹੜਾ ਇੰਡੀਆ ਬਹੁਤ ਅਵੇਲੇਬਲ, ਇੱਥੇ ਡੈਂਟਿਸਟ ਵਾਸਤੇ ਬਹੁਤ ਕੰਮ ਹੈ। ਤੇ ਡੈਂਟਿਸਟ ਹੈਗੇ ਨੇ, ਦੈਨ ਜਨਰਲ ਫਿਜ਼ੀਸ਼ੀਅਨਸ ਵੀ ਨੇ ਇਹਦੇ ਅੰਦਰ ਤੁਹਾਡੇ ਕੋਲ ਇੱਕ ਨਾਰਮਲ ਫਿਜ਼ੀਓਥੈਰੇਪੀ ਵਾਲੇ ਬੰਦੇ ਵੀ ਆ ਜਾਂਦੇ ਨੇ, ਇਹਦੇ ਅੰਦਰ ਰੇਡੀਓਲੋਜਿਸਟ ਵੀ ਆ ਜਾਂਦੇ ਨੇ, 35 ਹੈਗੀ, ਨਾਰਮਲ ਨਰਸ ਏਡਸ ਵੀ ਆ ਜਾਂਦੀਆਂ ਨੇ, ਨਾਰਮਲ ਨਰਸਿਸ ਵੀ ਆ ਜਾਂਦੀਆਂ, ਪ੍ਰੈਕਟੀਸ਼ਨਰ ਨਰਸਿਸ, ਬਹੁਤ ਸਾਰੀ ਇਹੋ ਜਿਹੀ ਜੌਬਸ ਨੇ ਜਿਹੜੀਆਂ ਆਲਰੇਡੀ ਇਨ ਡਿਮਾਂਡ ਨੇ ਇੱਥੇ। ਤੁਹਾਨੂੰ ਪਤਾ ਹੀ ਹੈ ਹੈਲਥ ਦਾ ਇੱਥੇ ਜਿਹੜਾ ਸੈਕਟਰ ਹੈਗਾ ਉਹ ਬਹੁਤ ਡਿਮਾਂਡ ਵਿੱਚ ਹੈਗਾ, ਬਿਕੋਜ਼ ਪੋਪੂਲੇਸ਼ਨ ਇੰਕਰੀਜ਼ ਹੋ ਰਹੀ ਹੈ। ਜਿਵੇਂ ਸਾਡੇ ਇਮੀਗ੍ਰੇਸ਼ਨ ਸੈਕਟਰ ਕਿ ਅਗਲੇ 3 ਸਾਲਾਂ 'ਚ 1.5 ਮਿਲੀਅਨ ਲੋਕਾਂ ਨੂੰ ਲੈ ਕੇ ਆਉਣਾ ਹੈ, ਔਰ ਓਬਵੀਅਸਲੀ ਪੋਪੂਲੇਸ਼ਨ ਬਹੁਤ ਇੰਕਰੀਜ਼ ਹੋਈ ਹੈ। ਕੱਲ ਇੱਕ ਡਾਟਾ ਉਹਨਾਂ ਨੇ ਇਹ ਵੀ ਸ਼ੇਅਰ ਕੀਤਾ ਸੀਗਾ ਕਿ ਅਰਾਊਂਡ ਅੱਜ ਤੋਂ 2011 ਵਿੱਚ 20% ਵਾਸ ਕੰਟਰੀਬਿਊਟਡ ਟੂਵਰਡਸ ਇਮੀਗ੍ਰੇਸ਼ਨ, ਯਾਨੀ 20% ਪੋਪੂਲੇਸ਼ਨ ਇਮੀਗ੍ਰੇਸ਼ਨ ਸੀਗੀ। ਅੱਜ ਦੀ ਡੇਟ ਜੋ 25% ਹੋ ਗਈ ਹੈ, ਔਰ ਆਉਣ ਵਾਲੇ 5-7 ਸਾਲਾਂ 'ਚ 30% ਹੋ ਜਾਊਗੀ। ਤਾਂ ਯਾਨੀ ਕਿ ਕਰੀਬ 30% ਆਫ ਦ ਕੈਨੇਡੀਅਨ ਪੋਪੂਲੇਸ਼ਨ ਵਿਲ ਬੀ ਇਮੀਗ੍ਰੈਂਟ। ਵਧੀ ਜਾ ਰਹੀ ਹੈ ਪੋਪੂਲੇਸ਼ਨ, ਐਂਡ ਉਹਨਾਂ ਵਾਸਤੇ ਹੈਲਥ ਚਾਹੀਦਾ ਸਾਨੂੰ। ਦੈਟ ਇਜ਼ ਵਾਈ
ਜੀ ਹੈਲਥ ਕੇਅਰ ਸੈਕਟਰਸ ਵਿੱਚ ਕਿੰਨੀਆਂ ਕੁ ਵੈਕੈਂਸੀਜ਼ ਅਵੇਲੇਬਲ ਹੁੰਦੀਆਂ ਨੇ? ਤੇ ਜੇ ਤੁਸੀਂ ਮੈਨੂੰ ਥੋੜਾ ਜਿਹਾ ਐਗਜ਼ਾਮਪਲ ਦੇ ਸਕੋ, ਕਿੰਨੀ ਪਰਸੈਂਟੇਜ ਹੋ ਸਕਦੀ ਹੈ ਪੋਪੂਲੇਸ਼ਨ ਦੇ ਹਿਸਾਬ ਨਾਲ, ਜਾਂ ਕਿੰਨੀ ਕੁ ਉਹਨਾਂ ਨੇ ਜਿਹੜੀਆਂ ਜੌਬ ਵੈਕੈਂਸੀ ਉਹ ਫੁੱਲਫਿਲ ਕਰਨੀਆਂ? ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਇੱਕ ਦੇਣਾ ਕਿ ਦੇਖੋ ਜਿਹੜਾ ਸਾਡਾ CRS ਪੂਲ ਇਸ ਵੇਲੇ ਹੈਗਾ ਨਾ, ਜਿਹਦੇ ਅੰਦਰ ਐਕਚੁਅਲੀ ਪਿਕ ਹੁੰਦੀਆਂ ਫਾਈਲਸ, ਉਹਦਾ ਟੋਟਲ ਅਗਰ ਆਪਾਂ ਕਹੀਏ 470 ਪਲੱਸ ਸਕੋਰ ਵਾਲੇ ਜਿਹੜੇ ਲੋਕ ਹੈਗੇ ਨੇ ਉਹ ਕਰੀਬ 35,000 ਹੈਗੇ ਨੇ ਇਸ ਵੇਲੇ। ਤੇ ਯਾਨੀ 470 to 80 ਦੇ ਵਿੱਚ ਹੀ 22,000 ਲੋਕ ਨੇ। ਤੇ ਦੈਟਸ ਵਾਈ ਆਈ ਵਾਸ ਸੇਇੰਗ ਕਿ ਜਿਹੜਾ ਜੋ ਡਰਾ ਆਪਣਾ ਆਂਦਾ ਪਿਆ ਉਹ 470 ਦੇ ਉੱਪਰ ਹੀ ਰਹਿਣਾ ਥੋੜਾ ਜਿਹਾ ਹੁਣੇ। ਬਟ ਯੈਸ देयर आर ਨੰਬਰ ਆਫ ਜੌਬਸ ਅਵੇਲੇਬਲ ਇਨ ਹੈਲਥ ਸੈਕਟਰ। ਤੇ ਅਗਰ ਜਿੰਨੀ ਪ੍ਰੋਫਾਈਲਸ ਵਧਣਗੀਆਂ, ਇਹਦਾ ਕੋਈ ਡਾਟਾ ਨਹੀਂ ਹੈਗਾ ਕਿੰਨੇ ਪਰਸੈਂਟ, ਬਟ ਉਹ ਬਹੁਤ ਵਧੀਆ ਰਹੂਗਾ ਜਿੰਨੀ ਡਾਟਾ ਅਸੀਂ ਪਾਵਾਂਗੇ ਅੰਦਰ। ਤੇ ਇੱਕ ਇਹਦਾ ਬਹੁਤ ਐਗਜ਼ਾਮਪਲ ਮੈਂ ਤੁਹਾਨੂੰ ਇਹ ਵੀ ਦੇ ਸਕਦਾ ਕਿ ਜਿਵੇਂ ਆਪਣਾ ਹੈਲਥ ਦੇ ਅਗਰ ਤੁਹਾਡੇ ਕੋਲ ਤੁਸੀਂ ਪ੍ਰੋਫਾਈਲ ਬਣਾਉਣੀ ਹੈ, ਤੁਹਾਨੂੰ ਜੇ ਮਿਥ ਚੱਲਦੀ ਪਈ ਹੈ ਕਿ 6 ਮਹੀਨੇ ਦਾ ਚਾਹੀਦਾ ਹੈ, 6 ਮਹੀਨੇ ਦਾ ਨਹੀਂ, ਤੁਹਾਨੂੰ ਐਕਸਪ੍ਰੈਸ ਐਂਟਰੀ ਦੇ ਅੰਦਰ ਅਗਰ ਪ੍ਰੋਫਾਈਲ ਬਣਾਉਣੀ ਮਿਨੀਮਮ 1 ਸਾਲ ਦਾ ਐਕਸਪੀਰੀਅੰਸ ਦੀ ਲੋੜ ਹੈ। ਕਿਸੇ ਵੀ 35 ਜਿਹੜੀ ਹੈਗੀਆਂ ਨੇ ਲਿਸਟ ਅਸੀਂ ਵੀ ਕੈਨ ਸ਼ੇਅਰ ਵਿਦ them, ਉਹਦੇ ਅੰਦਰ ਤੁਸੀਂ 1 ਸਾਲ ਦਾ ਅਗਰ ਤੁਹਾਨੂੰ ਐਕਸਪੀਰੀਅੰਸ ਹੈਗਾ, ਯੂ ਕੈਨ ਮੇਕ ਯੋਰ ਪ੍ਰੋਫਾਈਲ। ਉਹਦੇ ਚੋਂ ਅਗਰ 6 ਮਹੀਨੇ ਦਾ ਐਕਸਪੀਰੀਅੰਸ ਇਨ 35 ਜੌਬਸ ਦਾ ਹੈਗਾ ਤੇ ਯੈਸ ਯੋਰ ਪ੍ਰੋਫਾਈਲ ਵਿਲ ਬੀ ਪਿਕਡ। ਜੀ ਸੋ ਤੁਸੀਂ ਦੱਸੇ ਕਿ ਐਲੀਜੀਬਲ ਕ੍ਰਾਈਟੇਰੀਆ ਜਿਹੜੇ ਹੈਗੇ ਨੇ ਉਹਨਾਂ ਨੇ ਦੱਸੇ ਨੇ। ਹੁਣ ਇਹਦੇ ਵਾਸਤੇ ਯੋਗਤਾ ਕੀ ਹੋਣੀ ਚਾਹੀਦੀ ਹੈ, ਐਲੀਜੀਬਿਲਿਟੀ ਕੀ ਹੋਣੀ ਚਾਹੀਦੀ ਹੈ ਜਿਹੜੇ ਅਪਲਾਈ ਕਰਨਗੇ? ਨਹੀਂ ਦੇਖੋ ਇੱਥੇ ਨਾ ਸਾਰਾ ਕੁਝ ਡਿਵਾਈਡ ਹੁੰਦਾ ਟੀਅਰ ਦੇ ਹਿਸਾਬ ਨਾਲ। ਜੇ ਪਹਿਲੇ ਨੌਕ ਹੁੰਦਾ ਸੀਗਾ ਬੇਸਿਕਲੀ ਆਕੂਪੇਸ਼ਨ ਬੇਸਡ ਹੀ ਸਾਰਾ ਸਿਸਟਮ ਹੈਗਾ, ਤੇ ਉਹਦੇ ਅੰਦਰ ਅਲੱਗ-ਅਲੱਗ ਕੋਡਸ ਦਿੱਤੇ ਹੋਏ ਨੇ ਤੇ ਹਰ ਕੋਡ ਦੀ ਰਿਕੁਆਇਰਮੈਂਟ ਅਲੱਗ ਹੈ। ਜਦੋਂ ਉਹਦੇ ਅੰਦਰ ਕੀ ਚਾਹੀਦਾ, ਉਹਨੂੰ ਬੈਚਲਰਸ ਚਾਹੀਦੀ ਹੈ ਜਾਂ ਉਹਨਾਂ ਨੂੰ ਕਿੰਨੇ ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ, ਉਹ ਸਾਰਾ ਕੁਝ ਉਹਦੇ ਨਾਲ ਅਵੇਲੇਬਲ ਹੈ। ਬਟ ਇੱਕ ਜਰਨਲ ਅਗਰ ਕਹੀਏ ਐਕਸਪ੍ਰੈਸ ਐਂਟਰੀ ਵਾਸਤੇ ਤੇ ਮਿਨੀਮਮ ਅਗਰ ਟੀਅਰ 0 1 2 3 ਦੀ ਜੌਬ ਵਾਸਤੇ ਅਸੀਂ ਜਾ ਰਹੇ ਹਾਂ, ਸਾਨੂੰ 1 ਸਾਲ ਦਾ ਐਕਸਪੀਰੀਅੰਸ ਮਿਨੀਮਮ ਚਾਹੀਦਾ। ਤੇ ਅਗਰ ਤੁਹਾਡੀ ਜੌਬ ਜਿਹੜੀ ਹੈਗੀ ਟੀਅਰ 0 1 2 3 ਦੀ ਹੈਗੀ, ਤੁਹਾਨੂੰ CLB 6 IELTS ਚਾਹੀਦੇ ਨੇ। ਉਹ 2 ਚੀਜ਼ਾਂ ਰਿਕੁਆਇਰਮੈਂਟ ਜ਼ਰੂਰ ਹੈਗੀਆਂ ਤੁਹਾਡੀਆਂ। ਉਹਦੇ ਇਲਾਵਾ ਅਗਰ ਤੁਸੀਂ ਜੋ ਵੀ ਨੌਕ ਬੇਸਡ ਤੁਹਾਡੇ ਕੋਲ ਜੌਬ ਦੀ ਜੋ ਰਿਕੁਆਇਰਮੈਂਟ ਹੈਗੀ ਹੈ, ਜਿਵੇਂ ਐਜੂਕੇਸ਼ਨ ਦੀ ਉਹ ਰਿਕੁਆਇਰਮੈਂਟ ਹੈਗੀ ਹੈ, ਐਂਡ ਪਲੱਸ ਏਜ ਦੇ ਪੁਆਇੰਟਸ ਹੁੰਦੇ ਨੇ। ਤੇ ਇਹ 4 ਪਿਲਰਸ ਗਿਣੇ ਜਾਂਦੇ ਨੇ ਐਕਸਪ੍ਰੈਸ ਐਂਟਰੀ ਦੇ, ਉਹ 4 ਪਿਲਰਸ ਤੇ ਹੁਣੇ ਵੀ ਉਹ ਰਿਕੁਆਇਰਮੈਂਟ ਹੈਗੀ ਹੈ। ਬਟ ਦ ਓਨਲੀ ਥਿੰਗ ਵਾਟ ਦੇ ਹੈਵ ਸੈਡ ਇਜ਼ ਅਗਰ ਇਨ ਕੈਟਾਗਰੀਜ਼ ਤੁਸੀਂ ਹੈਗੇ ਹੋ ਔਰ ਤੁਹਾਨੂੰ 6 ਮਹੀਨੇ ਦਾ ਐਕਸਪੀਰੀਅੰਸ ਕਿਸੇ ਵੀ ਇਹਦੀ ਨੌਕ 'ਚ ਹੈਗਾ, ਤੇ ਯੂ ਵਿਲ ਬੀ ਪਿਕਡ। ਕੁਝ ਅਜਿਹਾ ਵੀ ਹੁੰਦਾ ਨਿਤਿਨ ਜੀ, ਜਿਵੇਂ ਕਿ ਇਹ ਹੈਲਥ ਕੇਅਰ ਸੈਕਟਰ ਹੈ ਤੇ ਇਹਦੇ ਵਿੱਚ ਕਾਫੀ ਵੈਕੈਂਸੀਜ਼ ਵੀ ਨੇ, ਔਰ ਜਿਹੜੇ ਆਪਣੇ ਭਾਈਚਾਰੇ ਦੇ ਲੋਕ ਨੇ ਹੈਲਥ ਕੇਅਰ ਵਰਕਰ ਜਿਹੜੇ ਹੈਲਥ ਕੇਅਰ ਸੈਕਟਰ ਵਿੱਚ ਬਹੁਤ ਜ਼ਿਆਦਾ ਇੰਟਰਸਟਿਡ ਨੇ, ਤੇ ਕੁਝ ਕ੍ਰਾਈਟੇਰੀਆ ਵੀ ਹੋਏਗਾ, ਕੁਝ ਕੋਟਾ ਵੀ ਹੋਏਗਾ ਕਿ ਐਨੀਬਡੀ ਕੈਨ ਅਪਲਾਈ? ਨਹੀਂ, ਐਨੀਬਡੀ ਕੈਨ ਅਪਲਾਈ ਫਰੋਮ ਆਲ ਓਵਰ ਦ ਵਰਲਡ। ਇੱਥੇ ਕੋਈ ਕੋਟਾ ਨਹੀਂ ਹੈਗਾ। ਬਟ ਯੈਸ ਕੋਟਾ ਇੱਕ ਤਰ੍ਹਾਂ ਨਾਲ ਸਮਝ ਲਓ ਕਿ ਆਕੂਪੇਸ਼ਨ ਬੇਸ ਤੇ ਹੋ ਹੀ ਗਿਆ ਨਾ। ਹੁਣ ਅਗਰ ਤੁਸੀਂ ਹੈਲਥ ਸੈਕਟਰ ਹੋ, ਯੂ ਵਿਲ ਬੀ ਗਿਵਨ ਪ੍ਰਾਇੋਰਟੀ। ਐਵੇਂ ਸਟੈਮ ਹੈਗੇ ਹੋ ਤਾਂ ਯੂ ਵਿਲ ਬੀ ਗਿਵਨ ਪ੍ਰਾਇੋਰਟੀ। ਕੱਲ੍ਹ ਇਹਨਾਂ ਨੇ ਇੱਕ ਹੋਰ ਵਧੀਆ ਅਨਾਉਂਸਮੈਂਟ ਕਰਤੀ ਹੈਗੀ ਕਿ ਜਿਹੜਾ ਸਟੈਮ ਹੈਗਾ, ਯਾਨੀ ਸਟੈਮ ਵਾਲੀ ਜੇ ਕੈਟਾਗਰੀ, ਉਹਦੇ ਵਾਸਤੇ 5 ਜੁਲਾਈ ਨੂੰ ਦੇ ਵਿਲ ਬੀ ਮੇਕਿੰਗ ਅ ਡਰਾ ਵਿਚ ਵਿਲ ਬੀ ਅਰਾਊਂਡ 1500 ਐਪਲੀਕੈਂਟਸ। ਤਾਂ ਅਸੀਂ ਸਭ ਨੂੰ ਆਪਣੇ ਭਾਈਚਾਰੇ ਨੂੰ ਇਹ ਵੀ ਇੱਥੇ ਕਹਿ ਸਕਦੇ ਹਾਂ ਕਿ ਅਗਰ ਕੋਈ ਸਟੈਮ ਯਾਨੀ ਕਿ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਜਾਂ ਜਿਹੜੀ ਮੈਥਸ ਦੀ ਉਹਨਾਂ ਦੀ ਆਕੂਪੇਸ਼ਨਸ ਹੈਗੀਆਂ ਉਹਦੇ ਅੰਦਰ ਕੁਆਲੀਫਾਈ ਕਰਦਾ, ਉਹਨਾਂ ਕੋਲ 1 ਸਾਲ ਦਾ ਐਕਸਪੀਰੀਅੰਸ ਓਵਰਆਲ ਔਰ 6 ਮਹੀਨੇ ਦਾ ਉਹ ਨੌਕਸ, ਜਿਹੜੀ ਨੌਕਸ ਅਗਰ ਅਸੀਂ ਉਹਨਾਂ ਨੂੰ ਸ਼ੇਅਰ ਕਰ ਸਕਦੇ ਹਾਂ, ਜਿਹੜੀ ਟੀਅਰਸ ਹੈਗੇ ਨੇ, ਕੋਡਸ ਹੈਗੇ ਨੇ, ਤੇ ਦੇ ਸ਼ੁੱਡ ਮੇਕ देयर ਪ੍ਰੋਫਾਈਲ ਬਿਫੋਰ 5 ਜੁਲਾਈ ਸੋ ਦੈਟ ਦੇ ਕੈਨ ਬੀ ਪਾਰਟ ਆਫ, ਉਹ ਪਾਰਟ ਬਣ ਜਾਣ ਉਸ ਡਰਾ ਦਾ ਜਿਹੜਾ ਆਉਣ ਵਾਲਾ ਹੈਗਾ। ਜੀ ਮੈਨੂੰ ਯਾਦ ਹੈ ਜਦੋਂ ਅਸੀਂ ਅਪਲਾਈ ਕੀਤਾ ਸੀਗਾ ਕੈਨੇਡਾ ਵਾਸਤੇ, ਅਸੀਂ ਵੀ ਇੱਕ ਸਾਰੀ ਡਾਕੂਮੈਂਟੇਸ਼ਨ ਕੀਤੀ ਸੀ ਅਤੇ IT ਆਇਆ ਸੀ। ਉਸ ਤੋਂ ਬਾਅਦ ਲੱਗਦਾ ਕਿ ਹੁਣ ਪ੍ਰੋਸੈਸ ਬਹੁਤ ਸਿੰਪਲ ਹੋ ਚੁੱਕਿਆ ਹੈ ਕਿਉਂਕਿ 80% ਹਾਰਡ ਵਰਕ ਫੁੱਲਫਿਲ ਹੋ ਚੁੱਕਿਆ ਹੈ। ਸੋ ਆਈ ਬਿਲੀਵ ਇਹ ਵੀ ਇਸੇ ਤਰ੍ਹਾਂ ਦਾ ਕੁਝ ਹੋਵੇਗਾ। ਜਿਹੜੇ ਹੋਰ ਐਸਪੀਰੈਂਟਸ ਨੇ, ਜਿਹੜੇ ਹੈਲਥ ਕੇਅਰ ਵਰਕਰ ਵਿੱਚ ਨੇ, ਜਿਹੜੇ ਇਹ ਵੀ ਹੈ ਕਿ ਐਕਸਪ੍ਰੈਸ ਐਂਟਰੀ ਵਿੱਚ ਕੁਝ ਨਵੀਂ ਕੈਟਾਗਰੀਜ਼ ਵੀ ਅਨਾਉਂਸ ਕੀਤੀਆਂ ਗਈਆਂ ਨੇ ਜੋ ਪਹਿਲਾਂ ਨਹੀਂ ਹੁੰਦੀਆਂ ਸੀ। ਜੀ ਪਹਿਲੇ ਹੁੰਦੀਆਂ ਸੀ ਸਾਰੀ ਕੈਟਾਗਰੀਜ਼, ਬਟ ਯੈਸ ਇੱਥੇ ਇਹਨਾਂ ਨੇ ਕੀ ਕੀਤਾ, ਹੁਣ ਕੈਟਾਗਰੀ ਬੇਸ ਕਰਨ ਵਾਸਤੇ ਇਹਨਾਂ ਨੇ ਟ੍ਰੇਡਸ ਨੂੰ ਅਲੱਗ ਕੈਟਾਗਰੀ ਬਣਾਤੀ, ਜਿਹੜੇ ਟ੍ਰੇਡਸ ਜੌਬਸ ਹੈਗੀਆਂ, ਐਗਰੀਕਲਚਰ ਜੌਬਸ ਨੂੰ ਅਲੱਗ ਬਣਾਤੀ, ਐਵੇਂ ਇਹਨਾਂ ਨੇ ਸਟੈਮ ਜਿਹੜਾ ਅਸੀਂ ਕਹਿ ਰਹੇ ਸੀ ਉਹਨੂੰ ਅਲੱਗ ਬਣਾਤੀ, ਹੈਲਥ ਆਕੂਪੇਸ਼ਨ ਨੂੰ ਅਲੱਗ ਬਣਾਤੀ। ਇਹਦੇ ਇਲਾਵਾ ਇਹਨਾਂ ਨੇ ਫ੍ਰੈਂਕੋਫੋਨਸ ਦੀ ਅਲੱਗ ਬਣਾਤੀ। ਤੇ ਇਹਨਾਂ ਦੇ ਹੈਵ ਐਕਚੁਅਲੀ ਮੇਡ 6-7 ਕੈਟਾਗਰੀਜ਼ ਐਂਡ ਉਨ ਕੈਟਾਗਰੀਆਂ ਵਿੱਚੋਂ ਹੀ ਦੇ ਹੁਣ ਕੈਟਾਗਰੀ ਸਪੈਸੀਫਿਕ ਡਰਾਸ ਲੈ ਕੇ ਆਣਗੇ। ਸੋ ਦੇ ਵਿਲ ਟਾਰਗੇਟ ਵਾਟ ਐਵਰ ਜੌਬਸ ਆਰ ਇਨ ਡਿਮਾਂਡ। ਸੋ ਦਿਸ ਇਜ਼ ਬੈਟਰ ਫॉर द ਪੀਪਲ ਹੂ ਆਰ ਐਕਚੁਅਲੀ ਅਮੰਗ ਦੋਸ ਜਿਨ੍ਹਾਂ ਕੋਲ ਕੁਆਲੀਫਿਕੇਸ਼ਨ ਹੈਗੀ ਹੈ, ਐਂਡ ਇਟ ਇਜ਼ ਬੈਟਰ ਫॉर ਕੈਨੇਡਾ ਆਲਸੋ ਬਿਕੋਜ਼ ਉਹੀ ਲੋਕ ਆਣਗੇ ਜਿਹਨੂੰ ਇਨ ਡਿਮਾਂਡ ਜਿਹੜੀ ਜੌਬਸ ਹੈਗੀਆਂ ਉਹਨਾਂ ਨੂੰ ਫੁੱਲਫਿਲ ਕਰ ਸਕਣਗੇ। ਤੇ ਇਸ ਜਿਹੜਾ ਆਪਣਾ ਸੁਪਨਾ ਲੈ ਕੇ ਆਉਂਦੇ ਨੇ ਕੈਨੇਡਾ ਵਾਸਤੇ, ਉਹਨੂੰ ਆ ਕੇ ਉਹਨਾਂ ਦੇ ਮਤਲਬ ਦੀ ਜੌਬ ਮਿਲ ਜੂਗੀ। ਦੈਟ ਇਜ਼ ਵਾਟ ਇਜ਼ people should understand ਕਿ ਗਵਰਨਮੈਂਟ ਕੀ ਕਰਦੀ ਪਈ ਹੈ ਐਂਡ ਗਵਰਨਮੈਂਟ ਇਜ਼ ਵਿਦ them। yeah ਸੋ ਕੈਨੇਡਾ ਆਉਂਦੇ ਜਿਹੜੇ ਚਾਹਵਾਨ ਨੇ ਉਹਨਾਂ ਲਈ ਹੁਣ ਰਾਹ ਕਿਤੇ ਨਾ ਕਿਤੇ ਕੁਝ ਸੁਖਾਲਾ ਹੋ ਗਿਆ ਹੈ। ਬਿਲਕੁਲ ਸੁਖਾਲਾ ਹੋ ਗਿਆ। ਐਂਡ ਦੈਨ ਯੈਸ ਕੈਨੇਡਾ ਇਜ਼ देयर ਟੂ ਵੈਲਕਮ ਯੂ। ਔਰ ਜਿਹੜੇ ਲੋਕਾਂ ਕੋਲ ਇਹਦੇ ਚੋਂ ਕੋਈ ਵੀ ਕੁਆਲੀਫਿਕੇਸ਼ਨ ਹੈ, ਦੇ ਸ਼ੁਡ immediately make their profile and any help they need they can contact any of the consultant. I would say it is good time to come to Canada and we are waiting for you. ਥੈਂਕ ਯੂ ਸੋ ਮਚ ਨਿਤਿਨ ਜੀ। ਬਹੁਤ ਹੀ ਵਧੀਆ ਇਹਨਾਂ ਨੇ ਆਨਸਰ ਕੀਤੇ ਅੱਜ ਸਾਰੇ ਕੁਐਸਚਨਸ, ਔਰ ਖਾਸ ਕਰ ਜਿਹੜੀ ਇਹ ਆਰ ਆਫ ਦਾ ਡਿਮਾਂਡ ਹੈ ਕਿ ਜਿਹੜੀ ਐਕਸਪ੍ਰੈਸ ਐਂਟਰੀ ਹੋ ਰਹੀ ਹੈ, ਸਿਲੈਕਸ਼ਨ ਬੇਸ ਕੈਟਾਗਰੀ ਹੋ ਰਹੀ ਹੈ, 5 ਜੁਲਾਈ ਨੂੰ ਇੱਕ ਹੋਰ ਡਰਾ ਨਿਕਲਣ ਵਾਲਾ ਜਿਸ ਵਿੱਚ ਤਕਰੀਬਨ 1500 ਲੋਕ ਸ਼ਾਮਿਲ ਹੋ ਸਕਦੇ ਨੇ। ਹੁਣ ਇਸ ਦੇ ਵਿੱਚ ਇਨਵੀਟੇਸ਼ਨ ਟੂ ਅਪਲਾਈ ਲਈ ਤੁਸੀਂ ਕਿਸ ਤਰ੍ਹਾਂ ਕੁਆਲੀਫਾਈ ਕਰ ਸਕਦੇ ਹੋ ਅਤੇ ਇਸ ਦੀ ਹੋਰ ਕੈਟਾਗਰੀਜ਼ ਕੀ ਹੋਣਗੀਆਂ, ਇਸ ਦੇ ਲਈ ਤੁਸੀਂ ਬਣੇ ਰਹੋ ਸਾਡੇ ਪ੍ਰੋਗਰਾਮ ਮਸਲੇ ਇਮੀਗ੍ਰੇਸ਼ਨ ਦੇ ਵਿੱਚ ਪਰਮੀਤ ਕਾਮਰਾ। ਤੁਸੀਂ ਆਪਣੇ ਸਵਾਲ ਸਾਨੂੰ WhatsApp ਟੈਕਸਟ ਕਰ ਸਕਦੇ ਹੋ 7788229311 ਤੇ। ਮੈਨੂੰ ਦਿਓ ਇਜਾਜ਼ਤ, ਤੁਸੀਂ ਬਣੇ ਰਹੋ ਰੈਡ FM ਦੇ ਨਾਲ।